ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਮੇਰੇ ਨਾਲ ਇਸ ਵਕਤ ਜੁੜ ਚੁੱਕੇ ਨੇ ਸਰਦਾਰ ਜਸਬੀਰ ਸਿੰਘ ਜੀ ਪੱਟੀ ਫਰੋਮ ਪੰਜਾਬ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅੱਜ ਦੀ ਇਸ ਮਹਿਫਲ ਦੇ ਵਿੱਚ। ਪੱਟੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ ਜੀ। ਐਨੂੰ ਬੜੀ ਕਿਰਪਾ ਜੀ, ਤੁਸੀਂ ਸੁਣਾਓ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ? ਠੀਕ ਠਾਕ ਹੋ? ਬੜੀ ਕਿਰਪਾ ਜੀ, ਤੁਸੀਂ ਸੁਣਾਓ ਜੀ। ਪੱਟੀ ਸਾਹਿਬ, ਜਿਹੜੀ ਖਬਰ ਮੈਂ ਦਾ ਸਵਾਲ ਦਾ ਜਵਾਬ ਤੁਹਾਥੋਂ ਪੁੱਛਣਾ ਨਾ, ਬੜਾ ਮਨ ਦੁਖੀ ਹੁੰਦਾ ਹੈ। ਜੀ ਜੀ। ਫਿਰ ਕਹਿੰਦੇ ਜੀ ਇਹ ਦਿਮਾਗੀ ਸੰਤੁਲਨ ਇਹਨਾਂ ਦਾ ਠੀਕ ਨਹੀਂ ਸੀ, ਬਲਾ 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 ਬਲਾ। ਜਿਹੜੀ ਬਾਣੀ 1430 ਪਾਵਨ ਪਵਿੱਤਰ ਜਿਹੜੇ ਅੰਗ ਨੇ, ਪਾਵਨ ਪਵਿੱਤਰ ਜਿਹੜੇ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੇ ਅੰਗ, ਉਹ ਕਦੇ ਵੀ ਕਿਸੇ ਵੀ ਧਰਮ ਦੇ ਖਿਲਾਫ, ਜਿਹਨੇ ਪੜ੍ਹ ਕੇ ਵੇਖੋ ਤੁਸੀਂ, ਪੜ੍ਹਨ ਵਾਲਿਆਂ ਨੂੰ ਪਤਾ, ਉਹ ਸਰਬੱਤ ਦੇ ਭਲੇ ਦੀ ਗੱਲ, ਮਨੁੱਖਤਾ ਦੇ ਭਲੇ ਦੀ ਗੱਲ, ਸਭੇ ਸਾਂਝੀ ਵਾਲ ਸਦਾਇਣ ਕੋਈ ਨਾ ਦਿਸੇ ਬਾਹਰਾ ਜੀਓ। ਉਹਦਾ ਹਰ ਇੱਕ ਇੱਕ ਲਫ਼ਜ਼ ਤੁਸੀਂ ਪੜ੍ਹ ਕੇ ਵੇਖੋ, ਤੁਹਾਨੂੰ ਉਹ ਉਸ ਮਤਲਬ ਪਰਮਾਤਮਾ ਦੀ ਬੰਦਗੀ ਦੇ ਵਿੱਚ ਲੈ ਜਾਂਦਾ ਹੈ ਨਾ। ਜੇ ਸਵਾਲ ਕੀਤੇ ਨੇ ਕਿਸੇ ਤਰੀਕੇ ਨਾਲ, ਜੇ ਸਵਾਲ ਸ਼ਬਦ ਹਨ, ਤਾਂ ਉਸ ਵਕਤ ਦੇ ਕੁਝ ਵਿਖਾਵੇ ਕਰਨ ਵਾਲਿਆਂ ਨੂੰ, ਧਰਮ ਦਾ ਚੋਲਾ ਪਹਿਨ ਕੇ ਲੋਕਾਂ ਨੂੰ ਠੱਗਣ ਵਾਲਿਆਂ ਨੂੰ ਉਹ ਸਵਾਲ ਨੇ, ਕੁਝ ਚੁੱਭਦੇ ਨੇ। ਪਰ ਜਦ ਹੈਰਾਨਗੀ ਆ ਕਿ ਸਾਡੀ ਮਤਲਬ ਇਹ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਇਸ ਵਕਤ ਜਿਹੜੀ ਇੰਨੀ ਦੁਰਦਸ਼ਾ, ਇੰਨਾ ਬੁਰਾ ਹਾਲ ਕਿ ਤਖਤ ਸ੍ਰੀ ਕੇਸਗੜ੍ਹ, ਤਖਤ ਹੋਵੇ ਸ੍ਰੀ ਕੇਸਗੜ੍ਹ ਸਾਹਿਬ। ਹੁਣ ਕੇਸਗੜ੍ਹ ਸਾਹਿਬ ਦਾ ਤੁਸੀਂ ਇਤਿਹਾਸ ਮਾੜਾ ਜਿਹਾ ਆਪ ਹੀ ਦੱਸ ਦਿਓ, ਜੇ ਮੈਂ ਦੱਸਣ ਲੱਗਾ ਤਾਂ ਮੈਂ ਤਾਂ ਲੰਮੀਆਂ ਪੈ ਜਾਣਾ ਵਾਟਾਂ ਦੇ ਉੱਤੇ। ਇੱਕ ਵਿਅਕਤੀ ਨੇ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸਿਗਰਟ ਪੀ ਕੇ ਕਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਛੱਡੇ, ਪੁਲਿਸ ਨੇ ਗ੍ਰਿਫਤਾਰ ਕੀਤਾ। ਧਾਰਾ 295 ਤੇ ਪਰਚਾ ਦਰਜ ਹੋਇਆ। ਅੱਜ ਨਹੀਂ ਤੇ ਕੱਲ ਜ਼ਮਾਨਤ ਮਿਲ ਜਾਣੀ ਹੈ। ਜਿਵੇਂ ਗੁਰਦਾਸ ਮਾਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਤੁਲਨਾ ਇੱਕ ਉਸ ਕਸ਼ ਪੀ ਕੇ ਛੱਡਣ ਵਾਲੇ ਦੇ ਨਾਲ ਤੁਲਨਾ ਕਰਦਾ। ਹੁਣ ਲਿੰਕ ਜੋੜਨਾ ਇਸ ਵਕਤ ਨਹੀਂ ਮੁਨਾਸਬ ਹੋਵੇਗਾ। ਕੋਈ ਅਗਲੀ ਖਬਰ ਜਿਹੜੀ ਆ ਉਹ ਮੈਂ ਇਸ ਸਵਾਲ ਉੱਤੇ ਜਵਾਬ ਲੈਣਾ। ਕੀ ਹੋ ਕੀ ਰਿਹਾ ਹੈ? ਇੰਨੇ ਭੈੜੇ ਹਾਲਾਤ ਹੋ ਗਏ ਨੇ, ਮਤਲਬ ਉੱਥੇ ਇਹਨੂੰ ਮਾਂ ਮੀਟਰ ਬਣਾ ਕੇ ਰੱਖ ਦਿੱਤਾ ਵਾ ਸਾਡੇ ਜਥੇਦਾਰਾਂ ਨੇ। ਉੱਥੇ ਕੋਈ ਨਹੀਂ ਹੈਗਾ, ਸਿਰਫ ਤੇ ਸਿਰਫ ਭਾਵਨਾਵਾਂ ਜਿਹੜੀਆਂ ਨੇ ਉਸ ਵਕਤ ਹੀ ਇਹਨਾਂ ਦੀਆਂ ਹਟ ਹੁੰਦੀਆਂ ਨੇ। ਉੱਥੇ ਬੈਠੇ ਸੋ ਕਾਲ ਸਾਡੇ ਚੌਧਰੀਆਂ ਦੀ ਜਦੋਂ ਇਹਨਾਂ ਤੇ ਪੈਂਦੀ ਬਰਗਾੜੀ ਕੌਂਸਲ ਸਮੇਂ ਸੇ ਕਾਰਵਾਈ। ਚਾਵਲਾ ਸਾਹਿਬ, ਪਹਿਲੀ ਗੱਲ ਤੇ ਇਹ ਆ, ਬਰਗਾੜੀ ਕੌਂਸਲ ਨੇ ਸਮੇਂ ਸੇ ਕਾਰਵਾਈ ਪੂਰੀ ਕੀਤੀ ਹੁੰਦੀ ਤੇ ਸ਼ਾਇਦ ਇਹੋ ਜਿਹੀਆਂ ਘਟਨਾਵਾਂ ਨਾ ਵਾਪਰਨ। ਅੱਜ ਤੱਕ ਮੈਨੂੰ ਇਹ ਦੱਸ ਦਿਓ ਕਿ ਕਿਹੜੇ ਕਾਂਡ ਦੇ ਵਿੱਚ ਪੂਰੀ ਇਹਨਾਂ ਘੋਖ ਕੀਤੀ ਹੈ, ਪੁਲਿਸ ਨੇ ਕੀਤੀ ਹੈ, ਐਸਜੀਪੀਸੀ ਨੇ ਕਿਸੇ ਨੂੰ ਮਜਬੂਰ ਕੀਤਾ, ਦੱਸ ਦਿਓ। ਇਹ ਘਟਨਾਵਾਂ ਵਾਪਰਦੀਆਂ ਰਹੀਆਂ ਅਕਾਲੀ ਸਰਕਾਰ ਵੇਲੇ, ਤੇ ਉਸ ਟਾਈਮ ਤੇ ਵੀ ਕਿਹਾ ਜਾਂਦਾ ਸੀ ਕਿ ਮੈਂਟਲੀ ਤੌਰ ਤੇ ਅਪਸੈਟ। 2 ਅਪ੍ਰੈਲ 2009 ਦੀ ਘਟਨਾ ਇੱਕ ਵਾਪਰਦੀ, ਉਹ ਇਹਨੂੰ ਜਦੀ ਸਿੱਧੀ ਘਟਨਾ ਕਿਤੇ ਅਪ੍ਰੈਲ 2009 ਦੇ ਵਿੱਚ ਘਟਨਾ ਵਾਪਰਦੀ ਆ ਕਿ ਇੱਕ ਵਿਅਕਤੀ ਰਾਜੀਵ ਕੁਮਾਰ ਨਾਂ ਦਾ, ਜਿਹੜਾ ਬਕਾਇਦਾ ਤੌਰ ਤੇ ਦਰਬਾਰ ਸਾਹਿਬ ਦਿੱਲੀ ਸੇਵਾ ਕਰਦਾ ਸੀ, ਉਹ ਜੰਗਲਾ ਟੱਪਦਾ ਵਾ। ਤੜਕੇ 3 ਵਜੇ ਜਾ ਕੇ ਜਦੋਂ ਕਵਾਲ ਖੁੱਲਦੇ ਨੇ, ਕੀਰਤਨ ਚੱਲਦਾ ਹੁੰਦਾ ਵਾ, ਪਾਲਕੀ ਸਾਹਿਬ ਦੇ ਵਿੱਚ ਆਉਣ ਦੇ ਵਿੱਚ ਬਹੁਤ ਥੋੜਾ ਸਮਾਂ ਰਹਿ ਜਾਂਦਾ ਵਾ। ਉਹ ਜੰਗਲਾ ਟੱਪ ਕੇ ਜਾ ਕੇ ਪੀੜਾ ਸਾਹਿਬ ਦੇ ਉੱਤੇ ਬਹਿ ਜਾਂਦਾ, ਤੇ ਪੀੜਾ ਸਾਹਿਬ ਨੂੰ ਇੰਨਾ ਕਿ ਘੁੱਟ ਕੇ ਫੜ ਲੈਂਦਾ ਤੇ ਉਹਨੂੰ ਬੜੀ ਮੁਸ਼ਕਲ ਨਾਲ ਲਾਹ ਗਿਆ। ਚਲੋ ਉਹਨੂੰ ਤੁਸੀਂ ਫੜ ਲਿਆ, ਕਮੇਟੀ ਵਾਲੇ ਆਏ, ਟਾਸਕ ਫੋਰਸ ਆਏ, ਇਹਨਾਂ ਦੇ ਡੰਡਾ ਪਰ ਲੱਖ ਮਾਰੇ, ਉਹਨਾਂ ਚੁੱਕ ਕੇ ਤੇ ਉਹਨੂੰ ਲੈ ਗਏ 16 ਨੰਬਰ ਕਮਰੇ। ਉੱਥੇ ਜੋ ਉਹਦੇ ਨਾਲ ਸਲੂਕ ਕੀਤਾ ਉਹ ਤੇ ਕਰਨਾ ਹੀ ਕਰਨਾ ਸੀ, ਠੀਕ ਆ। ਲੇਕਿਨ ਉਸ ਤੋਂ ਬਾਅਦ ਜਥੇਬੰਦੀਆਂ ਆਈਆਂ ਵੀ ਸਾਨੂੰ ਇਹ ਦੇ ਦਿਓ, ਅਸੀਂ ਇਹਨੂੰ ਨਹੀਂ ਰਹਿਣ ਦੇਣਾ, ਅਸੀਂ ਧੌਲਾ ਦੇਣੀ ਇਹਦੀ।
ਉੱਥੇ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਕਮੇਟੀ ਤੇ ਜਿਹੜੀ ਜਥੇਬੰਦੀਆਂ ਉਹਨੇ ਤਲਵਾਰਾਂ ਖੜਕੀਆਂ ਇਸ ਚੀਜ਼ ਨੂੰ ਲੈ ਕੇ। ਪੁਲਿਸ ਆਈ, ਉਹ ਬੰਦਾ ਲੈ ਗਈ, ਉਹਦੇ ਖਿਲਾਫ 295 ਇਹਦਾ ਮੁਕੱਦਮਾ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਤੇ 15 ਦਿਨਾਂ ਬਾਅਦ ਜ਼ਮਾਨਤ ਕਰਾ ਕੇ ਫਿਰ ਆ ਗਏ। ਕਿਸੇ ਨੇ ਕੋਈ ਨੋਟਿਸ ਲਿਆ ਕਿ ਇਹਦੇ ਵਿੱਚ ਸ਼ਕਤੀ ਕਿਹੜੀ ਸੀ, ਕਿਉਂ ਕੀਤਾ? ਜਦੋਂ ਉਹਨੂੰ ਪੁੱਛਿਆ ਉਹ ਕਹਿੰਦਾ ਜੀ ਮੈਨੂੰ ਗੁਰੂ ਬਾਬਾ ਨਾਨਕ ਨੇ ਕਿਹਾ ਸੀ ਉਹ ਪੀੜਾ ਖਾਲੀ ਗਿਆ ਜਦ ਤੱਕ ਵਜ੍ਹਾ। ਨਹੀਂ ਤੇ ਜਿਹੜੀਆਂ ਜਥੇਬੰਦੀਆਂ ਉਦੋਂ ਤਲਵਾਰੀ ਹੁੰਦੀਆਂ ਸੀ, ਅੱਜ ਉਹ ਕਿੱਥੇ ਗਈਆਂ? ਉਦੋਂ ਕਿੱਥੇ ਗਈਆਂ ਜਦੋਂ ਜ਼ਮਾਨਤ? ਅੱਜ ਵੀ ਉੱਥੇ ਪੁੱਜੀਆਂ ਨੇ, ਅੱਜ ਵੀ ਉੱਥੇ ਪੁੱਜੀਆਂ ਨੇ। ਨਹੀਂ ਉਦੋਂ ਕਿੱਥੇ ਸੀ? ਜਦੋਂ ਜ਼ਮਾਨਤ ਲੈ ਕੇ ਆ ਗਿਆ ਕਹਿੰਦੇ ਸਾਨੂੰ ਦੇ ਦਿਓ, ਅਸੀਂ ਕਿਸੇ ਦੇ ਨੁਕਸਾਨ ਪਹੁੰਚਾਉਂਦੇ ਨਹੀਂ ਹੈ ਵੀ ਇਹਦੀ ਜ਼ਮਾਨਤ ਉਦੋਂ ਜ਼ਮਾਨਤ ਰੱਦ ਨਹੀਂ ਹੁੰਦੀ, ਉਧਰ ਕਿਉਂ ਨਹੀਂ ਪਹੁੰਚੀਆਂ ਉੱਥੇ? ਨਹੀਂ ਆਪਾਂ ਉਹ ਕਦੀ ਜਥੇਬੰਦੀ ਗੱਲ ਕਰੀਏ, ਜਥੇਬੰਦੀਆਂ ਨੇ ਜਿਹੜਾ ਆਪਣਾ ਕਾਰਵਾਈ ਕਰਨੀ, ਅਸੀਂ ਇਹ ਗੱਲ ਦੇ ਹੱਥ 'ਚ ਨਹੀਂ ਵੀ ਤੁਸੀਂ ਉਹਦਾ ਕਤਲ ਕਰੋਗੇ। ਨਹੀਂ ਉਹ ਨਹੀਂ ਨਾ, ਉਹ ਜ਼ਮਾਨਤ ਰੱਦ ਕਰਾਉਣ ਲਈ ਜਾ ਸਕਦੇ ਸੀ, ਗਏ ਹੋਣਗੇ। ਇਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ, ਇਹ ਤੇ ਐਸੀ ਕਿਸੇ ਡਿਊਟੀ ਬਣਦੀ ਸੀ ਨਾ ਕਿ ਆਪਣਾ ਉਹ ਤਾਂ ਅਸੀਂ ਕਦੇ ਵੀ ਨਹੀਂ ਕਵਾਂਗੇ ਵੀ ਇਹੋ ਜਿਹੀ ਉਹ ਜਿਹੜੀ ਗੱਲ ਕਹਿ ਰਹੇ ਨੇ ਉਹਦੇ ਅਸੀਂ ਕਦੇ ਵੀ ਨਾ, ਸਾਡਾ ਕੋਈ ਤੇ ਕੋਈ ਲਾ ਅੱਗੇ ਦਿੰਦਾ ਨਾ, ਸਾਡੀ ਆਪਣੀ ਅੰਦਰਲੀ ਮਨਸ਼ਾ ਹੀ ਆ ਕਿ ਇਹ ਹੋਵੇ, ਏਦਾਂ ਨਹੀਂ ਹੋਣਾ ਚਾਹੀਦਾ। ਜੇ ਉਹਨੇ ਗਲਤੀ ਕੀਤੀ ਕਹਿੰਦੇ ਆ ਸਾਡੀ ਇਹ ਮੰਗ ਆ ਵੀ ਉਹਦੀ ਪ੍ਰੋਪਰਲੀ ਇਨਵੈਸਟੀਗੇਸ਼ਨ ਹੁੰਦੀ ਤੇ ਸ਼ਕਤੀਆਂ ਕਿਹੜੀਆਂ ਪਿੱਛੇ ਕੰਮ ਕਰ ਰਹੀਆਂ। ਦੈਟਸ ਇਟ। ਹਾਂ ਅੱਜ ਬੀਬੀ ਜਗੀਰ ਕੌਰ ਕਹਿੰਦੀ ਇਹ ਜਿਹੜਾ ਪਰਮਜੀਤ ਸਿੰਘ ਬੰਦਾ ਸੀ ਜਿਹਨੇ ਜਾ ਕੇ ਬੀੜੀ ਮੂੰਹ ਚ ਪਾਈ ਸੀ, ਮੂੰਹ ਚ ਬੀੜੀ ਪਾ ਕੇ ਮੂੰਹ ਧੂਆ ਇਕੱਠਾ ਕਰਨਾ, ਮੁੜ ਕੇ ਅੰਦਰ ਜਾ ਕੇ ਧੂਆ ਨੇ ਕੱਛ ਬਣਾ ਕੇ ਛੱਡਿਆ ਤੇ ਆਪਣੀ ਬੀੜੀ ਜਿਹੜੀ ਰਾਗੇ ਨੇ ਸੁੱਟਦੀ। ਅੱਜ ਬੀਬੀ ਜੀ ਤੁਸੀਂ ਗੱਲ ਕਹਿੰਦੇ ਇਹਦੀ ਪ੍ਰੋਪਰਲੀ ਇਨਵੈਸਟੀਗੇਸ਼ਨ ਹੋਵੇ, ਸਾਨੂੰ ਇਹ ਦੱਸ ਦਿਓ ਬਰਗਾੜੀ ਕਰਨ ਵਾਲੇ ਤੁਸੀਂ ਕਿਉਂ ਨਹੀਂ ਬੋਲੇ ਤੇ ਉਦੋਂ 2009 ਚ ਕਿਉਂ ਨਹੀਂ ਬੋਲੇ ਤੁਸੀਂ? ਬਿਲਕੁਲ। ਤੇ ਉਦੋਂ ਸਰਕਾਰ ਆਪਣੀ ਸੀ, ਆਪਾਂ ਕਿਉਂ ਬੋਲਾਂਗੇ ਉਦੋਂ? ਅਸੀਂ ਕਹਿੰਦੇ ਵੀ ਇਸ ਚੀਜ਼ ਨੂੰ ਸਿਆਸਤ ਤੋਂ ਉੱਪਰ ਉੱਠ ਕੇ ਲਿਆ ਜਾਵੇ। ਬਿਲਕੁਲ ਪਤਾ ਕੀਤਾ ਜਾਵੇ ਕਿ ਇਹ ਸ਼ਕਤੀਆਂ ਕਿਹੜੀਆਂ ਪਿੱਛੇ ਕੰਮ ਕਰ ਰਹੀਆਂ, ਲੇਕਿਨ ਉਹ ਕਿਸੇ ਨਹੀਂ ਪਤਾ ਕਰਨਾ। ਹੁਣ ਐਸਐਸਪੀ ਕਹੀ ਜਾਂਦਾ ਜੀ ਵੇਖੋ ਜੀ ਅਸੀਂ ਦੀ ਇਨਵੈਸਟੀਗੇਸ਼ਨ ਜਾਰੀ ਹੈ। ਉੱਥੋਂ ਦੇ ਵਕੀਲਾਂ ਨੇ ਕਹਿਤਾ ਇਸ ਬੰਦੇ ਦਾ ਅਸੀਂ ਕੇਸ ਨਹੀਂ ਲੜਨਾ। ਜਥੇਬੰਦੀਆਂ ਨੇ ਨਿਖੇਧੀ ਕਰਤੀ, ਇਸ ਤੋਂ ਅੱਗੇ ਨਾ ਕਿਸੇ ਤੁਰਨਾ ਨਾ ਕਿਸੇ ਗੱਲ ਕਰਨੀ। ਹੁਣ ਜੇ ਜਥੇਬੰਦੀਆਂ ਆਈਆਂ ਤੇ ਬਕਾਇਦਾ ਤੌਰ ਤੇ ਸੈਸ਼ਨ ਕੋਰਟ ਦੇ ਵਿੱਚੋਂ ਗੁਰਦਾਸ ਮਾਨ ਦੀ ਜਥੇਬੰਦੀ ਆਪਣੇ ਵਕੀਲ ਖੜੇ ਕਰਕੇ ਜਿਹੜੀ ਸੀ ਉਹ ਜ਼ਮਾਨਤ ਰੱਦ ਕਰਾਈ ਨਾ। ਬਿਲਕੁਲ ਹਾਂ, ਉਹੀ ਗੱਲ ਮੈਂ ਉੱਥੇ ਆ ਰਿਹਾ ਸੀ ਵੀ ਇਹ ਉਦੋਂ ਜਿਹੜੇ ਤੁਹਾਡੇ ਕੋਲ ਕਰੋਨਾ ਦਾ ਬਜਟ ਉਹ ਏਜੰਸੀ ਉਹ ਸਾਡੀ ਸੰਸਥਾ ਕੀ ਕਰਦੀ? ਉਹਨੂੰ ਆਪਣੀ ਪੀੜ੍ਹੀ ਥੱਲੇ ਛੋਟਾ ਫੇਰਨਾ ਚਾਹੀਦਾ ਤੇ ਗਿਰੇਬਾਨ ਝੱਕਣਾ ਚਾਹੀਦਾ ਵੀ ਬਿਆਨ ਤੱਕ ਸੀ ਬੰਦਾ। ਉਹ ਆਪਣੇ ਆਕਿਆਂ ਦਾ ਹੁਕਮ ਦਾ ਇੰਤਜ਼ਾਰ ਕਰਦੀ ਆ, ਉਹ ਆਪਣੇ ਆਕਿਆਂ ਦਾ ਹੁਕਮ ਦਾ ਇੰਤਜ਼ਾਰ ਕਰਦੀ ਕਿ ਸਾਡੇ ਮਾਈ ਬਾਪ ਕਦੋਂ ਸਾਨੂੰ ਹੁਕਮ ਕਰਦੇ ਆ, ਅਸੀਂ ਕਦੋਂ ਤਲਵੇ ਚੱਟਣੇ ਨੇ ਉਹਨਾਂ ਦੇ, ਸਾਨੂੰ ਕਦੋਂ ਕਹਿੰਦੇ ਨੇ। ਮਾੜੀ ਜੀ ਗੱਲ ਕਹੀ ਸੀ ਚਰੂਨੀ, ਕਹਿੰਦਾ ਮੈਂ ਫੋਨ ਨਹੀਂ ਕੀਤਾ ਤੇ ਬੀਬੀ ਕਹਿੰਦੀ ਚਰੂਨੀ ਮੁੱਕਰ ਗਿਆ। ਹਾਂ ਕਿੰਨਾ ਬੀਬੀ ਤੇਰੇ ਕੋਲ ਵੀਡੀਓ ਹੈਗੀ ਤੇ ਦੇ ਦੇ, ਬਾਹਰ ਆਡੀਓ ਕੱਢ ਕੇ ਦੇ ਦੇ, ਪਾ ਦੇ ਸੋਸ਼ਲ ਮੀਡੀਆ ਤੇ। ਕਿੰਨਾ ਦੁੱਖ ਲੱਗਾ। ਇਸ ਕਰਕੇ ਉਹ ਜਿਹੜੀ ਘਟਨਾ ਵਾਪਰੀ ਮੰਦਭਾਗੀ ਵਾਪਰੀ, ਉੱਥੋਂ ਦੇ ਵਕੀਲਾਂ ਨੇ ਕਹਿਤਾ ਸੀ ਕੇਸ ਨਹੀਂ ਲੜਨਾ। 295 ਦਾ ਮੁਕੱਦਮਾ ਦਰਜ ਹੋ ਗਿਆ। ਕੁਲੀਨ ਚ ਮੁੰਡਿਆਂ ਦਾੜੀ ਕੱਟੀ, ਇਹ ਕੁਝ ਕੀਤਾ ਨਾ। ਪਰਮਜੀਤ ਸਿੰਘ ਆ ਉਹ ਲੁਧਿਆਣੇ ਦਾ ਆਪਣੇ ਦੱਸਦਾ ਉਹਦੀ ਪੂਰੀ ਇਨਵੈਸਟੀਗੇਸ਼ਨ ਹੋਵੇ, ਬੰਦਾ ਕਿੱਥੋਂ ਆਇਆ, ਕਿਵੇਂ ਚੱਲਿਆ, ਕਿਹੜੀ ਪਿੱਛੇ ਸੰਸਥਾ ਕੰਮ ਕਰੀ, ਕਿਹੜੀ ਜਥੇਬੰਦੀ ਕਰ ਰਹੀ। ਬਿਲਕੁਲ ਨਹੀਂ, ਚਲੋ ਕਰਨ ਵਾਲੇ ਕਰਨਗੇ ਵੀ, ਕਈ ਹੈਗੇ ਨੇ ਕਰਨ ਵਾਲੇ ਖੋਜੀ, ਪਰ ਜਦੋਂ ਦਰਬਾਰ ਸਾਹਿਬ ਦੇ ਪੀੜਾ ਸਾਹਿਬ ਦੀ ਆਪਾਂ ਕਈ ਵਾਰੀ ਗੱਲ ਕੀਤੀ ਹੈ ਤੇ ਉਹਦੀ ਵੀ ਤਾਂ ਖੋਜ ਹੋ ਹੀ ਸਕਦੀ ਸੀ ਵੀ ਉਸ ਦੀ ਜ਼ਮਾਨਤ ਕਰਾਉਣ ਵਾਸਤੇ ਕੌਣ ਗਿਆ। ਜੇ ਉਹਨਾਂ ਨੇ ਕਹਿਤਾ ਵੀ ਅਸੀਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਵਿੱਚ ਇਸ ਬੰਦੇ ਦੀ ਜਿਹੜੀ ਆ ਕੋਈ ਵਕੀਲਾਂ ਨੇ ਕਹਿਤਾ ਕੇਸ ਨਹੀਂ ਲੜਾਂਗੇ, ਕੀ ਇਹਨੂੰ ਸਰਕਾਰੀ ਵਕੀਲ ਨੇ ਜ਼ਮਾਨਤ ਦਵਾਈ ਸੀ? ਉਦੋਂ ਜਿਹੜਾ ਦਰਬਾਰ ਸਾਹਿਬ ਦੇ ਪੀੜਾ ਸਾਹਿਬ ਤੇ ਬੈਠ ਗਿਆ ਸੀ, ਉਹਦੇ ਵਿੱਚ ਉਹਦੀ ਮਨਸ਼ਾ ਕੌਣ ਸੀ ਉਹਦੇ ਪਿੱਛੇ, ਇਹ ਵੀ ਵੇਖਣ ਵਾਲੀ ਗੱਲ। ਜਿਹੜੀ ਚਾਵਲਾ ਸਾਹਿਬ ਬੇਲ ਦੀ ਗੱਲ ਹੈ ਨਾ, ਬੇਲ ਦਾ ਕੋਈ ਸਮਾਂ ਹੁੰਦਾ ਕਿ ਇੰਨੇ ਚਿਰ ਬਾਅਦ ਤੁਹਾਡੀ ਬੇਲ ਹੋਣੀ। ਉਹ ਵੱਖ-ਵੱਖ ਧਰਾਵਾਂ ਹੁੰਦੀਆਂ, ਜਿੰਨਾ ਮਰਜ਼ੀ ਤੁਸੀਂ ਜ਼ੋਰ ਲਾ ਕੇ ਤੁਸੀਂ ਨਹੀਂ ਰੋਕ ਸਕਦੇ। ਆਮ ਤੌਰ ਤੇ ਕਿਹਾ ਜਾਂਦਾ 90 ਦਿਨ ਕਿਤੇ ਪੁਲਿਸ ਚਲਾਨ ਨਾ ਪੇਸ਼ ਕਰਕੇ ਤੇ ਉਹ ਬੰਦਾ ਆਪਣੀ ਬੇਲ ਅਪਲਾਈ ਕਰੀ, ਉਹਨੂੰ ਕਤਲ ਦੇ ਕੇਸ ਬੇਲ ਮਿਲ ਜਾਂਦੀ। ਇਹ ਸਾਡੇ ਕਾਨੂੰਨ ਕਹਿੰਦਾ ਇਸ ਗੱਲ ਨੂੰ।
ਬੇਲ ਜਦੋਂ ਮਿਲ ਗਈ, ਗੱਲ ਤੇ ਸਿਰਫ ਇਹ ਬੇਲ ਮਿਲ ਗਈ, ਮੁੜ ਕੇ ਕੇਸ ਉਹਨੂੰ ਸਜ਼ਾ ਕਰਾਉਣ ਵਾਸਤੇ ਕੇਸ ਦੀ ਪੈਰਵਾਈ ਕੀਤੀ ਕਿਸੇ ਨੇ? ਬਿਲਕੁਲ ਹਾਂ, ਇਹ ਗੱਲ ਤੇ ਇਹ ਬਣਦੀ ਹੈ। ਨਾ ਜਥੇਬੰਦੀਆਂ ਕੀਤੀ ਤੇ ਨਾ ਐਸਜੀਪੀਸੀ ਨੇ ਕੀਤੀ। ਇਸੇ ਕਰਕੇ ਬੰਦੇ ਬਰੀ ਹੋ ਰਹੇ ਨੇ, ਬੰਦੇ ਆਪਣੀ ਦੋਨਾਂ ਦੇ ਹੌਸਲੇ ਵੱਧ ਰਹੇ ਨੇ ਵੀ ਵੱਧ ਤੋਂ ਵੱਧ ਇਹੋ ਜਿਹੀਆਂ ਗੱਲਾਂ ਕੰਮ ਕਰੋ। ਤੁਸੀਂ ਜੇ ਕਿਤੇ ਸਹੀ ਇਨਵੈਸਟੀਗੇਸ਼ਨ ਕਰਦੇ ਹੋ, ਇਹਦੇ ਪਿੱਛੇ ਕਿਸੇ ਵੱਡੀ ਜਥੇਬੰਦੀ ਦਾ ਹੱਥ ਨਿਕਲੇਗਾ ਜਿਹੜੀ ਉਹਨਾਂ ਨੂੰ ਪੇ ਕਰਦੀ ਹੈ। ਬਿਲਕੁਲ, ਪਰ ਉਹ ਨਹੀਂ ਕਿਸੇ ਕਰਨਾ। ਸਿਰਫ ਅਸੀਂ ਇੱਕ ਦੋ ਕੰਮ ਰੱਖਿਆ ਵੀ ਜੇ ਚੰਗਾ ਕੰਮ ਹੋ ਗਿਆ ਤਾਂ ਸ਼ਲਾਘਾ ਕਰ ਦੇਣੀ, ਤੇ ਮਾੜਾ ਹੋ ਗਿਆ ਤੇ ਅਸੀਂ ਨਿੰਦਾ ਕਰ ਦੇਣੀ। ਇਹ ਦੋਗੇ ਤੁਰਨਾ। ਚਲੋ, ਗੁਰਦਾਸ ਮਾਨ ਕਹਿੰਦੇ ਕਿ ਹਾਈ ਕੋਰਟ ਗਿਆ ਸੁਣਵਾਈ ਲਈ, 15 ਦਸੰਬਰ ਨੂੰ ਹੋਣ ਵਾਲੀ ਹੈ। ਕੱਲ ਦਾ ਦਿਨ ਤੁਹਾਡਾ ਜੀ ਕੀ ਕਹਿਣਾ ਚਾਹੋਗੇ? ਆਪਾਂ ਪਹਿਲੇ ਦਿਨ ਹੀ ਕਿਹਾ ਸੀ ਵੀ ਗੁਰਦਾਸ ਮਾਨ ਹੋਰਾਂ ਨੂੰ ਜਿਹੜੀ ਸੈਸ਼ਨ ਕੋਰਟ ਤੋਂ ਸ਼ਾਇਦ ਬੇਲ ਨਾ ਮਿਲੇ, ਕਿਉਂ ਰੌਲਾ ਹੀ ਇੰਨਾ ਪੈ ਗਿਆ ਸੀ। ਸੈਸ਼ਨ ਕੋਰਟ ਨੇ ਕਹਿਣਾ ਸੀ ਮੈਂ ਤੁਹਾਨੂੰ ਪੰਗਾ ਲੈਣਾ। ਫਿਰ ਇੰਟਰਮ ਬੇਲ ਜਿਹੜੀ ਉਹ ਜੱਜ ਤੇ ਮੁਨਸਬ ਕਰਦਾ ਵਾ, ਉਹ ਹਾਲਾਤ ਵੇਖਦਾ ਵਾ, ਧਾਰਾ ਵੇਖਦਾ ਵਾ, ਵਿਅਕਤੀ ਵੇਖਦਾ ਵਾ, ਫਿਰ ਉਹ ਬੇਲ ਦਿੱਤੀ ਜਾਂਦੀ। ਉਹਨੇ ਇੰਟਰਮ ਬੇਲ ਮਿਲੀ। ਜੇ ਕਿਤੇ ਦੀ ਜਗ੍ਹਾ ਤੇ ਹੁੰਦਾ ਸਮੇਤ ਸਿੰਘ ਸੈਣੀ ਤੇ ਬੇਲ ਛੱਡ ਕੇ ਕਈ ਜਗ੍ਹਾ ਮਿਲਣੀ ਉਹਨੂੰ। ਇਸ ਕਰਕੇ ਉਦੋਂ ਉਹਨੂੰ ਬੇਲ ਨਹੀਂ ਮਿਲੀ। ਹੁਣ ਉਹ ਚਲੇ ਗਏ ਨੇ ਹਾਈ ਕੋਰਟ। ਹਾਈ ਕੋਰਟ ਦੇ 15 ਤਰੀਕ ਨੂੰ ਕੇਸ ਸ਼ਾਇਦ ਲੱਗੇਗਾ। ਉਦੋਂ ਬਾਅਦ ਸੁਣਵਾਈ ਹੋਏਗੀ। ਸੁਣਵਾਈ ਤੋਂ ਬਾਅਦ ਬਕਾਇਦਾ ਬਹਿਸ ਹੋਏਗੀ ਜੀ। ਚਾਹੀਦਾ ਫਿਰ ਉੱਥੇ ਇਹ ਆ ਵੀ ਸ਼੍ਰੋਮਣੀ ਕਮੇਟੀ ਆਪਣਾ ਵਕੀਲ ਖੜਾ ਕਰੇ। ਪਰ ਸ਼੍ਰੋਮਣੀ ਕਮੇਟੀ ਦੇ ਆਗੂ ਤੋਂ ਤੇ ਹੱਕ ਚ ਭੁਗਤੇ ਆ ਜੀ। ਉਹਨੇ ਪਿਛਵਾੜਾ ਕੀਤਾ ਹੀ ਨਹੀਂ। ਕੌਣ ਕਰੂਗਾ? ਸ਼੍ਰੋਮਣੀ ਕਮੇਟੀ ਵਾਲੇ ਭੁਗਤ ਗਏ, ਉਹ ਕਾਂਗਰਸੀ ਭੁਗਤ ਗਏ, ਰਾਜਾ ਵੜਿੰਗ ਭੁਗਤ ਗਿਆ, ਆਪਣਾ ਬੈਂਸੋ ਦਾ ਮੁੰਡਾ ਭੁਗਤ ਗਿਆ। ਬਿਲਕੁਲ, ਬਾਕੀ ਕੀ ਰਹਿ ਗਿਆ? ਹਾਂਜੀ ਹਾਂ। ਤੇ ਜਦੋਂ ਇਹੋ ਜਿਹੀ ਸ਼ਖਸੀਅਤਾਂ ਭੁਗ ਜਾਂਦੀਆਂ ਤੇ ਫਿਰ ਤੇ ਕੋਰਟ ਦੀ ਮਜਬੂਰੀ ਬਣੀ ਦੇ ਦਿਓ ਜੀ ਬੇਲ। ਸਾਰੇ ਲੋਕੀ ਤੇ ਕਹੀ ਜਾਂਦੇ ਦੇ ਦਿਓ। ਲੇਕਿਨ ਮੈਨੂੰ ਉਮੀਦ ਆ ਕਿ ਉੱਥੇ ਵੀ ਪੰਥਕ ਜਥੇਬੰਦੀਆਂ ਆਪਣੇ ਵਕੀਲ ਖੜੇ ਕਰਕੇ ਵੀ ਵਿਰੋਧਤਾ ਕਰਨਗੇ ਤੇ ਹੋ ਸਕਦਾ ਕਿ ਇਹਨਾਂ ਨੂੰ ਸੁਪਰੀਮ ਕੋਰਟ ਜਾਣਾ ਪਵੇ। ਹਾਲਾਤ ਏਦਾਂ ਦੇ ਬਣੇ ਪਏ ਆ। ਹਾਲੀ ਕਿ ਜਿਹੜੇ ਉਹ ਮੁਰਾਦ ਸ਼ਾਹ ਦੇ ਚੇਲੇ ਵੇਲੇ ਦੇ ਉਹਨਾਂ ਨੂੰ ਉੱਥੇ ਟ੍ਰੈਫਿਕ ਜਾਮ ਕਰਕੇ ਮੰਗ ਕੀਤੀ ਸੀ ਕਿ ਤੁਸੀਂ ਮਾਨ ਦੇ ਖਿਲਾਫ ਤੇ ਪਰਚਾ ਦਰਜ ਕਰਤਾ। ਇਹਨਾਂ ਜਥੇਬੰਦੀ ਦੇ ਖਿਲਾਫ ਦਰਜ ਕਰੋ ਜਿੱਦਾਂ ਉਹਨੇ ਮੁਰਾਦ ਸ਼ਾਹ ਦੇ ਉੱਤੇ ਕਈ ਟਿੱਪਣੀਆਂ ਕੀਤੀਆਂ। ਇਹ ਕੋਲ ਟਿੱਪਣੀਆਂ ਕਰਨ ਵਾਲੀ ਹੋ ਜੀ ਹੈ। ਲੇਕਿਨ ਉਹਦੇ ਤੇਰੇ ਤੱਕ ਪ੍ਰਸ਼ਾਸਨ ਨੇ ਕੋਈ ਗੌਰ ਨਹੀਂ ਫਰਮਾਇਆ। ਉਹਨੇ ਇੱਕ ਦਿਨ ਮੁਜ਼ਾਹਰਾ ਕੀਤਾ ਸੀ, ਮੁੜ ਕੇ ਚੁੱਪ ਕਰਕੇ ਬੈਠ ਕੇ। ਲੇਕਿਨ ਇਹ ਜਥੇਬੰਦੀਆਂ ਹੁਣ ਸਰਗਰਮ ਨੇ। ਮੈਂ ਗੱਲ ਤੇ ਕੀਤੀ ਸੀ, ਕਹਿ ਰਹੇ ਸੀ ਕਿ ਜਥੇਬੰਦੀਆਂ ਦੇ ਵਿੱਚ ਜਿਹੜਾ ਬੰਦਾ ਬੁਲਾਰਾ ਬੋਲ ਰਿਹਾ ਸੀ ਉਹ ਤੇ ਸਾਰਾ ਕੁਝ ਦੱਸ ਰਿਹਾ ਸੀ ਵੀ ਇਹ ਕੌਣ ਸੀ, ਕੀ ਕਰਦਾ ਸੀ, ਇਹਦੇ ਪਰਿਵਾਰ ਕਿੱਦਾਂ ਸੀ, ਦਿੱਲੀ ਕਿੱਦਾਂ ਗਿਆ, ਉੱਥੇ ਕੀ ਕੁਝ ਹੋਇਆ, ਦਿੱਲੀੋਂ ਫਿਰ ਇੱਥੇ ਆ ਗਏ, ਕੌਣ ਵਾਰਸ ਬਣਿਆ, ਕਿਵੇਂ ਤੇ ਕਿਸ ਤਰੀਕੇ ਨਾਲ ਸਾਰੀ ਸਟੋਰੀ ਉਹਨੂੰ ਦੱਸੀ ਤੇ ਉਹ ਚੈਲੰਜ ਕਰ ਲੈਣ। ਇੱਕ ਵਾਰੀ ਥੋੜੀ ਆ, ਇਹ ਤਾਂ ਲੰਬੀ ਚੌੜੀ ਇਸ ਡੇਰੇ ਦੀ ਸਟੋਰੀ ਛਪੀ ਸੀ ਤੇ ਰੰਗਲਾ ਪੰਜਾਬ ਨੇ ਪੜ੍ਹ ਕੇ ਸੁਣਾਈ ਸੀ ਰੇਡੀਓ ਤੇ। ਜੀ ਪੱਟੀ ਸਾਹਿਬ ਭਲਿਆ ਵੇਲੇ ਦੀ ਗੱਲ ਕਰਦਾ ਮੈਂ। ਜੀ ਪੜ੍ਹ ਕੇ ਸੁਣਾਈ ਸੀ ਮੈਨੂੰ। ਆਈ ਥਿੰਕ ਦੇਸ਼ ਪ੍ਰਦੇਸ਼ ਦੀ ਛਾਪੀ ਸੀ ਜਾਂ ਕਿਸੇ ਨੇ ਛਾਪੀ ਤੇ ਇੱਥੇ ਮੈਂ ਪੜ੍ਹ ਕੇ ਸੁਣਾਈ। ਮੈਂ ਅਖਬਾਰਾਂ ਬੋਲਦੀ ਸੈਗਮੈਂਟ ਦੇ ਵਿੱਚ ਸਾਰਾ ਕੁਝ ਸੁਣਾਇਆ ਸੀ ਤੇ ਲੋਕਾਂ ਨੇ ਅਪਲੋਡ ਤਾਂ ਕੀਤੀ ਸੀ। ਬਿਲਕੁਲ ਸਹੀ ਹੈ ਜੀ, ਇਹ ਕੁਝ ਹੋਇਆ। ਅਸੀਂ ਉੱਥੋਂ ਦੇ ਰਹਿਣ ਵਾਲੇ ਅੱਜ ਤੋਂ 20 ਵਰ੍ਹੇ ਪਹਿਲਾਂ ਦੀ ਗੱਲ ਕਰਦਾ, 20 ਸਾਲ ਪਹਿਲਾਂ ਦੀ। ਉਦੋਂ ਗੁਰਦਾਸ ਮਾਨ ਇਹਦਾ ਮੁਰਾਦ ਨਹੀਂ ਸੀ ਬਣਿਆ, ਬਰੀਦ ਨਹੀਂ ਸੀ ਬਣਿਆ। ਉਹਨੇ ਉਹ ਜਿਹੜੇ ਨੋਟ ਨਹੀਂ ਸੁੱਟੇ ਉਤੋਂ ਦੀ। ਪੱਟੀ ਸਾਹਿਬ 10 ਡਾਲਰਾਂ ਦੀ 10 ਰੁਪਈਆਂ ਦੀ ਜਿਹੜੀ ਉਹ ਦਥੀ ਆਉਂਦੀ ਆ, 1000 ਹੁੰਦੇ ਨਾ, 1000 ਦੀ ਮਿਲਦੀ ਹੈ। ਹਾਂਜੀ। ਤੇ ਤੁਸੀਂ ਮੰਨ ਲਓ ਵੀ 100 ਨਹੀਂ 10,000 ਦੀ ਦਥੀ ਲੈ ਲਓ, 10,000 ਦਥੀਆਂ ਲੈ ਲਓ, ਕਿੰਨੀ ਬਣੀ ਉਹ? ਬਣਿਆ, ਬਰੀਦ ਨਹੀਂ ਸੀ ਬਣਿਆ। ਉਹਨੇ ਉਹ ਜਿਹੜੇ ਨੋਟ ਨਹੀਂ ਸੁੱਟੇ ਉਤੋਂ ਦੀ। ਉਹਨਾਂ 'ਚ ਪਾ ਲਓ, ਉਹ 'ਚ ਨਹੀਂ ਪੈਣੇ। ਤੇ ਇਹੋ ਜੇ ਲਿਆ ਕੇ ਫੇਰ ਸੌਰੀ ਨਿਕਲਦਾ ਮੂੰਹ ਚ ਕਲਾਕਾਰ ਨੂੰ ਤੇ ਉਹ ਤੇ ਸੁੱਟੀ ਚਲੋ, ਭਾਵੇਂ ਦੱਬ ਦਿਓ ਉਹਨੂੰ। ਇਹ ਉਹਦੀ ਇੱਕ ਸੋਚ ਸੀ।
ਨਵਾਂ ਉਹ ਟੀਵੀ ਚੱਲਿਆ, ਸੋਸ਼ਲ ਨੈਟਵਰਕ ਮੀਡੀਆ ਚੱਲਿਆ, ਬੱਲੇ ਬੱਲੇ ਹੋ ਗਈ, ਇੰਨਾ ਪੈਸਾ ਸੁੱਟਦੇ ਜੀ। 10 ਰੁਪਈਏ ਦੀ ਦਥੀਆਂ ਨੂੰ ਤੁਸੀਂ 2 ਵਾਰੀ ਸੁੱਟੋ, ਇਕੱਠੀਆਂ ਨਹੀਂ ਹੁੰਦੀਆਂ ਮੁੜ ਕੇ ਉਹ। ਨਹੀਂ ਹੁੰਦੀਆਂ, ਨਹੀਂ ਹੁੰਦੀਆਂ। ਤੇ ਜਿਸ ਕੌਮ ਨੇ ਇੰਨਾ ਕੋਈ ਦਿੱਤਾ ਹੋਵੇ, ਮੈਂ ਤੇ ਮਾਨ ਸਾਹਿਬ ਦੀ ਉਦੋਂ ਗੱਲ ਕੀਤੀ ਸੀ ਵੀ ਮਾਨ ਸਾਹਿਬ ਤੁਸੀਂ ਗਾਇਆ ਸੀਗਾ ਉੱਚਾ ਦਰ ਬਾਬੇ ਨਾਨਕ ਦਾ ਮੈਂ ਸ਼ੋਭਾ ਸੁਣ ਕੇ ਆਇਆ ਹੈ, ਤੇ ਤੁਸੀਂ ਢੋਲਕੀ ਪਾਓ ਗੱਲ ਦੇ ਵਿੱਚ, ਉਸੇ ਤਰ੍ਹਾਂ ਚੱਲ ਜਾਓ। ਅਕਾਲ ਤਖਤ ਸਾਹਿਬ ਦੇ ਉੱਚਾ ਦਰ ਬਾਬੇ ਨਾਨਕ ਦਾ ਮੈਂ ਸ਼ੋਭਾ ਸੁਣ ਕੇ ਆਇਆ, ਮੇਰੇ ਕੋਲ ਗਲਤੀ ਹੋ ਗਈ, ਮੈਨੂੰ ਮਾਫ ਕਰੋ ਜੀ। ਜੇ ਤੁਸੀਂ ਸੋਸ਼ਲ ਨੈਟਵਰਕ ਮੀਡੀਆ ਤੇ ਮੰਗ ਲਈ ਆ ਤੇ ਉੱਥੇ ਜਾ ਕੇ ਮੰਗਣ ਨਹੀਂ ਕੀ ਕਰੇਗਾ। ਬਿਲਕੁਲ ਜੀ, ਬਿਲਕੁਲ। ਉੱਥੇ ਜਾ ਕੇ ਮੰਗਣ ਦੇ ਵਿੱਚ ਕੀ ਹਰਜਾ। ਬਿਲਕੁਲ ਜੀ, ਮਾਫੀ ਤੇ ਮਾਫੀ ਆ ਨਾ। ਚਲੋ ਜੀ ਮੈਂ ਇਦਾਂ ਨਹੀਂ ਤੇ ਮੈਂ ਇਦਾਂ ਆ ਗਿਆ, ਚਲੋ ਠੀਕ ਹੈ ਜੀ, ਮੈਂ ਭੁੱਲ ਗਿਆ ਸੀ, ਮੈਨੂੰ ਨਹੀਂ ਸੀ ਪਤਾ, ਮੈਂ ਇਦਾਂ ਨਹੀਂ ਇਦਾਂ ਕੀਤਾ। ਉੱਥੇ ਕੀ ਸਜ਼ਾ ਮਿਲਣੀ, ਉੱਥੇ ਤਾਂ ਸਜ਼ਾ ਹੀ ਹੈ ਨਹੀਂ, ਉੱਥੇ ਤਾਂ ਸੇਵਾ ਹੀ ਆ, ਉੱਥੇ ਤਾਂ ਬਖਸ਼ਿਆ, ਉੱਥੇ ਤਾਂ ਸੇਵਾ ਹੀ ਆ, ਸੇਵਾ ਹੀ ਆ। ਤੁਹਾਨੂੰ ਵੀ ਉਹ ਸੰਦੇਸ਼ ਦੇ ਦੇਣਗੇ, ਆਦੇਸ਼ ਨਹੀਂ ਦੇ ਸਕਦਾ, ਸੰਦੇਸ਼ ਦੇਣਗੇ ਭਾਈ ਨੈਕਸਟ ਟਾਈਮ ਨਹੀਂ ਕਰਨਾ, ਜਾ ਕੇ ਮਹਾਰਾਜ ਦਾ ਮੱਥਾ ਟੇਕੋ, ਪੁੱਲਾਂ ਪੁਛਾਓ, ਦੈਟਸ ਇਟ, ਤੇ ਘਰ ਨੂੰ ਜਾਓ। ਹੋ ਸਕਦਾ ਤੁਹਾਨੂੰ ਇਹ ਵੀ ਨਾ ਕਹਿਣ ਵੀ ਤੁਸੀਂ ਜੋੜੇ ਸਾਫ਼ ਕਰਨੇ ਆ ਜਾਂ ਪ੍ਰਸ਼ਾਦ ਕਰਾਉਣੀ ਆ, ਕਿਉਂਕਿ ਤੁਸੀਂ ਸਿੱਖੀ ਭੇਸ 'ਚ ਨਹੀਂ ਹੋ। ਜੀ ਜੀ ਜੀ, ਨੀਵੇਂ ਸੁਭਾਰਾ ਹੋਏ, ਮੈਂ ਉਦੋਂ ਵੀ ਗੱਲ ਕਹੀ ਸੀ, ਤੁਸੀਂ ਕਹਿੰਦੇ ਹੋ ਜੀ 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 ਜੀ, ਗੁਚੇ ਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ, ਮੈਂ ਸੋਭਾ ਸੁਣ ਕੇ ਆਇਆ, ਮੈਂ ਸੋਭਾ ਸੁਣ ਕੇ ਆਇਆ, ਉੱਚੇ ਪਾਰ ਬੇਅੰਤ ਸੁਆਮੀ। ਤੇ ਅੱਜ ਤੁਲਨਾ ਤੁਸੀਂ ਤੀਜੀ ਪਾਤਸ਼ਾਹੀ ਦੀ ਕਿਹਦੇ ਨਾਲ ਕਰ ਰਹੇ ਹੋ? ਜਾਂ ਤੁਸੀਂ ਉਦੋਂ ਰੋਂਗ ਸੀ ਜਾਂ ਹੁਣ ਰੋਂਗ, ਇਹ ਦੇਖ ਲਓ, ਤੁਸੀਂ ਆਪਣੇ ਆਪ ਸੋਚ ਲਓ। ਮਾਨ ਸਾਹਿਬ ਤੁਹਾਡਾ ਦਿਲ ਦੇ ਵਿੱਚ ਸਤਿਕਾਰ ਇਸ ਕਰਕੇ ਬੋਲ ਰਹੇ ਹੋ, ਇਹ ਵੇਸਟ ਆਫ ਟਾਈਮ। ਤੁਸੀਂ ਹਿਸਟਰੀ ਦੇ ਵਿੱਚ ਕੁਝ ਬੜਾ ਸੋਹਣਾ ਲਿਖਾ ਕੇ ਤੇ ਉਹਨੂੰ ਨਾ ਇੱਕ ਪੋਚਾ ਜਿਹਾ ਮਾਰ ਕੇ ਕੁਝ ਹੋਰ ਲਿਖਾ ਚੱਲੇ ਹੋ, ਅਜੇ ਵੀ ਮੌਕਾ ਸਾਂਭ ਲਓ। ਖੈਰ ਨਹੀਂ ਵੇ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਦਿੱਲੀ ਜਾ ਕੇ ਮੁਜ਼ਾਹਰੇ ਕਰਨ ਲਈ, ਮੈਂ ਪੜ੍ਹ ਰਿਹਾ ਸੀ ਬਈ ਇਹ ਕੀ ਚੱਕਰ ਹੋਇਆ ਬਈ, ਪੰਜਾਬ ਦਾ ਕਿਸਾਨ ਨਹੀਂ ਆ, ਉਹਨੂੰ ਉੱਥੇ ਮਤਲਬ ਜਲਾਵਤ ਨਹੀਂ ਹੈ ਵੀ ਤੁਸੀਂ ਉੱਥੇ ਜਾਓ, ਇੱਥੇ ਨਹੀਂ ਕਰਨਾ। ਪੰਜਾਬ ਦਾ ਕਿਸਾਨ ਨਾ ਕਰਨ, ਜਿਹੜੇ ਦਿੱਲੀ ਬੈਠੇ ਹੋਏ ਨੇ, ਹਰਿਆਣੇ ਬੈਠੇ ਹੋਏ ਨੇ, ਜਾਂ ਹੋਰ ਨੇ ਥਾਵਾਂ ਤੇ ਬੈਠੇ ਹੋਏ ਨੇ, ਇਹਦਾ ਮਤਲਬ ਕੀ ਆ ਵੀ ਇਹ ਪੰਜਾਬ ਬਿਲਕੁਲ ਠੀਕ ਠਾਕ ਆ। ਸਭ ਕੁਝ ਪੰਜਾਬ ਦੇ ਕਿਸਾਨਾਂ ਦੀ ਸਭ ਕੁਝ ਸੁਣੀ ਜਾਂਦੀ ਹੈ, ਸਭ ਕੁਝ ਮੰਗਾਂ ਮੰਨੀ ਜਾਂਦੀਆਂ ਜੀ। ਜਿਹੜੀ ਚਾਵਲਾ ਸਾਹਿਬ ਤੁਸੀਂ ਕੈਪਟਨ ਸਾਹਿਬ ਦੀ ਗੱਲ ਕੀਤੀ ਹੈ, ਤੁਹਾਨੂੰ ਪਤਾ ਹੋਏਗਾ ਪਿੱਛੇ ਜੇ ਇਹਨਾਂ ਦੀ ਇੱਕ ਮੀਟਿੰਗ ਹੋਈ ਸੀ ਜਾ ਕੇ ਅਮਿਤ ਸ਼ਾਹ ਨਾਲ। ਅਮਿਤ ਸ਼ਾਹ ਨੇ ਇਹਨਾਂ ਦੀ ਬਕਾਇਦਾ ਤੌਰ ਤੇ ਟਾਈਮ ਫਿਕਸ ਸੀ, ਮੀਟਿੰਗ ਫਿਕਸ ਸੀ, ਲੇਕਿਨ ਪ੍ਰਧਾਨ ਮੰਤਰੀ ਨਾਲ ਕੋਈ ਮੀਟਿੰਗ ਨਹੀਂ ਸੀ ਹੋਣੀ। ਲੇਕਿਨ ਅਮਿਤ ਸ਼ਾਹ ਨੇ ਉਸੇ ਵੇਲੇ ਟਾਈਮ ਲੈ ਕੇ ਪ੍ਰਧਾਨ ਮੰਤਰੀ ਨਾਲ ਮੀਟਿੰਗ ਕਰਾਈ। ਹੁਣ ਇਹਨਾਂ ਨੇ ਕਿਉਂ ਇੰਨੀ ਗੱਲ ਕਹੀ? ਇਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਕਿਸਾਨਾਂ ਨੇ 113 ਥਾਵਾਂ ਤੇ ਧਰਨੇ ਲਾਏ ਆ ਤੇ ਪੰਜਾਬ ਦਾ ਬਹੁਤ ਨੁਕਸਾਨ ਹੋ ਰਿਹਾ ਆਰਥਿਕ ਤੌਰ ਤੇ। ਇਸ ਕਰਕੇ ਕਿਸਾਨਾਂ ਨੂੰ ਚਾਹੀਦਾ ਕਿ ਪੰਜਾਬ ਦੀ ਬਜਾਏ ਜਾ ਕੇ ਹਰਿਆਣੇ ਜਾਂ ਦਿੱਲੀ ਜਾ ਕੇ ਧਰਨੇ ਲਾਉਣ, ਕਿਉਂਕਿ ਪ੍ਰਧਾਨ ਮੰਤਰੀ ਨੇ ਇੰਨੀ ਗੱਲ ਕਹੀ ਸੀ, ਹੁਣ ਤੱਕ ਬੜਾ ਨੁਕਸਾਨ ਹੋ ਚੁੱਕਾ, ਜਿੰਨੇ ਟੋਲ ਪਲਾਜ਼ੇ ਬੰਦ ਕੀਤੇ ਉਹ ਚਾਲੂ ਕੀਤੇ ਜਾਏ। ਅੱਛਾ, ਇਹ ਬਿਆਨ ਉਹਦੇ ਸੰਦਰਭ ਚ ਆ ਵੀ ਜੇ 113 ਧਰਨੇ ਚੁੱਕ ਦੇਣਗੇ ਤੇ ਟੋਲ ਪਲਾਜ਼ੇ ਖਾਲੀ ਹੋਣਗੇ ਤੇ ਟੋਲ ਸ਼ੁਰੂ ਹੋ ਜਾਣੇ। ਹੁਣ ਕੈਪਟਨ ਅਮਰਿੰਦਰ ਸਿੰਘ ਇਹ ਆਂਦੇ ਵੀ ਆਰਥਿਕ ਤੌਰ ਤੇ ਪੰਜਾਬ ਵੀਕ ਆ। ਬਿਲਕੁਲ ਠੀਕ ਕਿਹਾ ਉਹਨਾਂ ਨੇ, ਲੇਕਿਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪਟੇਲ ਨੇ ਠੋਕ ਕੇ ਜਵਾਬ ਦਿੱਤਾ ਕੈਪਟਨ ਸਾਹਿਬ ਦਾ। ਉਹਨੇ ਕਿਹਾ ਕੈਪਟਨ ਸਾਹਿਬ ਤੁਸੀਂ ਇੱਕ ਵਾਅਦਾ ਕੀਤਾ ਸੀ ਪੰਜਾਬ ਦੇ ਲੋਕਾਂ ਨਾਲ ਹਰ ਘਰ ਨੌਕਰੀ ਦਿਆਂ। ਲੈਂਡ ਮਾਫੀਆ, ਸੈਂਡ ਮਾਫੀਆ, ਟਰਾਂਸਪੋਰਟ ਮਾਫੀਆ, ਕੇਬਲ ਮਾਫੀਆ, ਇਹ ਸਾਰੇ ਮਾਫੀਆ ਅਸੀਂ ਖਤਮ ਕਰਾਂਗੇ। ਤੁਸੀਂ ਕਿਸਾਨਾਂ ਨੂੰ ਦੋਸ਼ੀ ਠਹਿਰਾਉਣੇ ਪਹਿਲਾਂ ਆਪਣੀ ਪੜੀ ਥੱਲੇ ਸੋਟਾ ਫਿਰ ਵੀ ਤੁਸੀਂ ਇਹ ਜਿਹੜੇ ਕੰਮ ਕੀਤੇ ਆ, ਜੇ ਇਹ ਕੰਮ ਕੀਤੇ ਤਾਂ ਤੁਹਾਨੂੰ ਲੋੜ ਨਾ ਪੈਂਦੀ ਕਿ ਪੰਜਾਬ ਆਰਥਿਕ ਤੌਰ ਤੇ ਕਮਜ਼ੋਰ।
ਹਜ਼ਾਰਾਂ ਕਰੋੜਾਂ ਦਾ ਜਿਹੜਾ ਸਾਡਾ ਨੁਕਸਾਨ ਜਿਹੜਾ ਵਾ ਲੈਂਡ ਮਾਫੀਆ ਸੈਂਡ ਮਾਫੀਆ ਸਾਰਾ ਕਰ ਰਿਹਾ, ਤੇ ਤੁਸੀਂ ਕਹਿੰਦੇ ਚੁੱਪ ਕਰਕੇ ਤੁਸੀਂ ਕਿਸਾਨ ਚੱਲ ਜਾਣੇ ਇੱਥੋਂ। ਕਿਸਾਨਾਂ ਨੇ ਕਿਹੜੀ ਤੁਹਾਡੀ ਕਿਹੜੀ ਆਰਥਿਕਤਾ ਰੋਕੀ ਹੈ? ਕਿਸਾਨ ਆਪਣੇ ਮੁਜ਼ਾਹਰੇ ਕਰਦੇ ਆ, ਉਹ ਸੜਕ ਤੇ ਬੈਠੇ, ਸਿਰਫ ਉਹਨਾਂ ਨੇ ਟੋਲ ਪਲਾਜ਼ੇ ਬੰਦ ਕੀਤੇ, ਕੋਈ ਟ੍ਰੈਫਿਕ ਨਹੀਂ ਰੋਕੀ ਕਿਤੇ। ਜੇ ਬੈਠੇ ਸੀ ਤੇ 8 ਜੂਨ ਤੋਂ ਕਹਿੰਦੇ ਅਸੀਂ ਸ਼ੁਰੂ ਕੀਤਾ ਸੀ, ਤਾਂ ਪਹਿਲਾਂ ਰੇਲ ਟਰੈਕ ਰੁਕੇ ਸੀ, ਮੁੜ ਕੇ ਅਸੀਂ ਸੜਕਾਂ ਰੁਕੀਆਂ ਸੀ, ਭਾਈ ਅਸੀਂ ਸਾਡੀਆਂ ਮੰਗਾਂ ਹੈਗੀਆਂ, ਕਾਨੂੰਨ ਰੱਦ ਕਰੋ। ਮੁੜ ਕੇ ਅਸੀਂ ਦਿੱਲੀ ਨੂੰ ਕੂਚ ਕੀਤਾ ਸੀ, 26 ਜਨਵਰੀ ਨੂੰ ਦਿੱਲੀ ਨੂੰ ਕੂਚ ਕੀਤਾ, 26 ਨਵੰਬਰ ਨੂੰ ਦਿੱਲੀ ਨੂੰ ਕੂਚ ਕੀਤਾ ਗਿਆ ਸੀ, ਭਾਵੇਂ ਅਸੀਂ 28 ਨੂੰ ਗਏ ਸੀ, ਅਸੀਂ 29 ਨੂੰ ਗਏ ਸੀ, ਉਹ ਬਾਅਦ ਦੀ ਗੱਲ ਆ, ਅਸੀਂ ਲੇਟ ਗਏ ਸੀ, ਉਹਦੇ ਕਈ ਕਾਰਨ ਹੋਰ ਵੀ ਸੀਗੇ। ਲੇਕਿਨ ਸਾਨੂੰ ਤੁਸੀਂ ਕਹਿੰਦੇ ਹੋ ਦਿੱਲੀ ਨੂੰ ਕਰੋ, ਤੁਸੀਂ ਜਾ ਕੇ ਦਿੱਲੀ ਜਾ ਕੇ ਧਰਨਾ ਕਰਦੇ ਹੁੰਦੇ ਤੇ ਮੋਦੀ ਨੂੰ ਮਜਬੂਰ ਕਰੋ ਭਾਈ ਆ ਜਿਹੜੇ ਕਾਨੂੰਨ ਵਾਪਸ ਲਓ। ਨਹੀਂ ਪੱਟੀ ਸਾਹਿਬ, ਇੱਕ ਟੋਲ ਪਲਾਜ਼ੇ ਦੀ ਗੱਲ ਚੱਲੀ ਆ, ਕਿਸੇ ਵੀ ਦੇਸ਼ ਦੇ ਵਿੱਚ ਕੋਈ ਵੀ ਅਜਿਹਾ ਟੈਕਸ ਲਾਉਣ ਵਾਸਤੇ ਕੁਝ ਨਿਯਮ ਹੋਣਗੇ ਕਿ ਤੁਸੀਂ ਇੱਕ ਟੋਲ ਪਲਾਜ਼ਾ ਸੜਕ ਬਣਾਉਣ ਲੱਗੇ ਹੋ ਨਾ, ਜੀ, ਤੇ ਉਹ ਸੜਕ ਬਣਾਉਣ ਦੀ ਤੁਸੀਂ ਇੰਨੀ ਜ਼ਮੀਨ ਐਕਵਾਇਰ ਕੀਤੀ ਆ, ਉੱਥੋਂ ਦਾ ਇਹ ਸੀਗਾ ਪਹਿਲਾਂ ਟੋਲ ਪਲਾਜ਼ੇ ਬਣਦੇ ਸੀ ਵੀ ਉਹਦੀ ਇਨਕਮ ਪੂਰੀ ਹੋ ਗਈ ਆ, ਉਹਦੇ ਜਿੰਨੇ ਦਾ ਖਰਚਾ ਆਇਆ ਪੂਰਾ ਹੋ ਗਿਆ, ਬਾਕੀ ਉਹ ਜਿਹੜਾ ਵਾ ਲੋਕ ਟੈਕਸ ਪੇ ਕਰਦੇ ਨੇ ਤੇ ਉਹ ਉੱਥੋਂ ਦੀ ਫ੍ਰੀ ਲੰਘ ਸਕਦੇ ਆ, ਹਨਾ। ਟੋਲ ਪਲਾਜ਼ੇ ਕੀ ਗੱਲ, ਉਹ ਜਿਹੜੇ ਟੋਲ ਪਲਾਜ਼ੇ ਨੇ ਉਹ ਪੱਕਾ ਪਰਮਾਨੈਂਟ ਹੀ ਲੱਗੇ ਰਹਿਣਗੇ ਕਿ ਜਾਂ ਕੋਈ ਹੈ ਉਹਨਾਂ ਦੇ ਵਿੱਚ ਵੀ ਜਿਹੜਾ ਉਹਦੀ ਵੀ ਇਨਕੁਆਇਰੀ ਕਰੂਗਾ ਕੋਈ ਵੀ ਇਹ ਕਿੰਨੇ ਚਿਰ ਵਾਸਤੇ ਲੱਗਣੇ ਚਾਹੀਦੇ ਆ, ਕਿਉਂ ਲੱਗਣੇ ਚਾਹੀਦੇ? ਇਹ ਵੀ ਤਾਂ ਇੱਕ ਕਿਸਮ ਦਾ ਉਹ ਜਜ਼ੀਆ ਟੈਕਸ ਹੀ ਆ ਨਾ, ਵੀ ਇਹਦੇ ਤੇ ਤੁਸੀਂ ਜਾਣਾ ਵਾ ਗੱਡੀ ਥਾਣੀ, ਤੁਸੀਂ ਨਹੀਂ ਜਾ ਸਕਦੇ। ਹਾਂ, ਦੂਜੀ ਲਾਲਚ, ਸੌਰੀ ਟੂ ਸੇ, ਗੁੱਸਾ ਨਾ ਕਰਿਓ, ਪੱਤਰਕਾਰਾਂ ਨੂੰ ਫ੍ਰੀ ਦੇ ਦਿੱਤਾ ਨਾ ਉਹਨਾਂ ਨੇ, ਤਾਂ ਕਰਕੇ ਕਿਸੇ ਨੇ ਗੱਲ ਹੀ ਨਹੀਂ ਕਰਨੀ। ਪੱਤਰਕਾਰ ਫ੍ਰੀ ਲੰਘ ਸਕਦੇ ਆ, ਲੋਕਤੰਤਰ ਦਾ ਚੌਥਾ ਥੰਮ, ਉਹ ਉਧਰਲੇ ਪਾਸੇ ਜਾਊਗਾ ਹੀ ਨਹੀਂ, ਉਹ ਤਾਂ ਹੁੱਬ ਕੇ ਕਹੂਗਾ ਚਲ ਮੈਂ ਤੈਨੂੰ ਲੰਘਾ ਕੇ ਆਉਣਾ। ਕੀ ਟੋਲ ਪਲਾਜ਼ਾ ਜਿਹੜਾ ਵਾ ਉਹ ਕਿੰਨਾ ਚਿਰ ਰਹੂਗਾ? ਇਹ ਹੈ ਕੋਈ ਕਾਇਦੇ ਕਾਨੂੰਨ ਦੀ ਖਬਰ, ਕੋਈ ਇਹਦੀ ਕੋਈ ਪੈਰਵਾਈ ਕੋਈ ਕਿਸੇ ਨੇ ਕੀਤੀ ਉਦੋਂ ਕਿ ਨਹੀਂ ਕੀਤੀ? ਕਿਉਂਕਿ ਪਹਿਲਿਆਂ ਦੇ ਵਿੱਚ ਆਪਾਂ ਦੇਖਿਆ ਸੜਕਾਂ ਬਣਦੀਆਂ ਸੀ, ਟੋਲ ਪਲਾਜ਼ੇ ਲੱਗਦੇ ਸੀ ਤੇ ਉੱਠ ਜਾਂਦੇ ਸੀ। ਜੀ, ਹਾਂਜੀ, ਜਿਹੜੇ ਸਾਡੇ ਮਾਨਯੋਗ ਗਡਕਰੀ ਸਾਹਿਬ ਕੇਂਦਰੀ ਟਰਾਂਸਪੋਰਟ ਮਿਨਿਸਟਰ ਨੇ, ਉਹਨਾਂ ਨੇ ਸਪਸ਼ਟ ਰੂਪ ਚ ਕਹਿਤਾ ਕਿ ਟੋਲ ਪਲਾਜ਼ੇ ਖਤਮ ਨਹੀਂ ਹੋਣਗੇ ਕਿਉਂਕਿ ਸਰਕਾਰ ਕੋਲ ਪੈਸਾ ਨਹੀਂ। ਇਹ ਸਾਡੇ ਜਿਹੜੇ ਆ ਉਹ ਆਰਥਿਕਤਾ ਦੇ ਬੜੇ ਵੱਡੇ ਸਰੋਤ ਨੇ। ਸਰਕਾਰ ਦੇ ਕਿ ਤੁਹਾਡੇ? ਹਾਂਜੀ, ਸਰਕਾਰ ਦੇ ਜਾਂ ਜਿਹਨਾਂ ਨੇ ਬਣਾਏ ਉਹਨਾਂ ਦੇ? ਨਹੀਂ, ਸਰਕਾਰ ਨੂੰ ਇਹ ਪੈਸੇ ਦਿੰਦੇ ਆ ਨਾ। ਅੱਛਾ, ਸਰਕਾਰ ਨੂੰ ਪੈਸੇ ਦਿੰਦੇ ਆ। ਸਰਕਾਰ ਨੂੰ ਪੈਸੇ ਦਿੰਦੇ ਆ ਵੀ ਤੁਹਾਨੂੰ ਆ ਠੇਕਾ ਦੇ ਦਿੱਤਾ, ਸੜਕ ਅਸੀਂ ਬਣਾਵਾਂਗੇ, ਸਭ ਕੁਝ ਅਸੀਂ ਕਰਾਂਗੇ, ਅਸੀਂ ਇੱਥੇ ਟੋਲ ਹੀ ਨਾ ਲੜਾਂਗੇ, ਜਿੰਨਾ ਮਰਜ਼ੀ ਲਾਓ, ਤੁਹਾਨੂੰ ਕੋਈ ਨਹੀਂ ਰੋਕਦਾ, ਕਿਉਂਕਿ ਸਰਕਾਰੀ ਮਸ਼ੀਨਰੀ ਨੂੰ ਫ੍ਰੀ ਆ। ਉਹ ਤੁਸੀਂ ਜਾਣਦੇ ਹੋ, SSP ਜਾਂਦਾ ਚਲੇ ਜੇ, DC ਜਾਂਦਾ ਚਲੇ ਜੇ, ਮਿਨਿਸਟਰ ਜਾਂਦਾ ਚਲੇ ਜੇ, ਉਹਨਾਂ ਕੋਲ ਟੋਲ ਨਹੀਂ ਲਿਆ ਜਾਂਦਾ। ਪੱਤਰਕਾਰ ਜਾਂਦਾ ਚਲੇ ਜੇ, ਮੈਂ ਪੱਤਰਕਾਰ ਦੱਸਦਾ, ਪੁਲਿਸ ਵਾਲਾ ਚਲ ਜੇ, ਜਾਂਦਾ ਚਲ ਜਵੇ, ਪੱਤਰਕਾਰ ਨੂੰ ਤਾਂ ਦੱਸਦਾ, ਪੁਲਿਸ ਵਾਲਾ ਵੀ। ਪੱਤਰਕਾਰਾਂ ਦੇ ਵਿੱਚ ਬੜੇ ਲਿਮਟਿਡ ਬੰਦੇ ਜੀ, ਬੜੇ ਲਿਮਟਿਡ ਬੰਦੇ, ਕਿਹੜੇ ਜਿਨ੍ਹਾਂ ਨੂੰ ਸਰਕਾਰ ਨੇ ਰੈਕੋਗਨਾਈਜ਼ ਕੀਤਾ। ਅੰਮ੍ਰਿਤਸਰ ਜ਼ਿਲ੍ਹੇ ਦੇ 20 ਲੱਖ ਆਬਾਦੀ ਹੈ ਤੇ 20 ਲੱਖ ਆਬਾਦੀ ਦੇ ਵਿੱਚ ਸਿਰਫ 300 ਬੰਦਾ ਹੋਏਗਾ ਜਿਹੜਾ ਉਹ ਪੱਤਰਕਾਰ ਹੋਏਗਾ ਜਿਹਨੂੰ ਫ੍ਰੀ ਹੋਏਗਾ। ਲੇਕਿਨ ਟੋਲ ਪਲਾਜ਼ੇ ਨਹੀਂ ਮੰਨਦੇ, ਕਹਿੰਦੇ ਨਹੀਂ ਜੀ, ਆਹ ਵੇਖੋ ਗਡਕਰੀ ਨੇ ਕਿਹਾ ਪੱਤਰਕਾਰ ਬਿਲਕੁਲ ਮਾਫ ਨਹੀਂ ਹੈਗੇ, ਕੈਪਟਨ ਸਾਹਿਬ ਨੇ ਕਹਿਤਾ ਜੀ ਮਾਫ ਨੇ। ਹੁਣ ਕੈਪਟਨ ਸਾਹਿਬ ਕਹੀ ਜਾਂਦੇ ਵੀ ਜਿਹੜੇ ਸਟੇਟ ਦੇ ਨੇ, ਨੈਸ਼ਨਲ ਹਾਈਵੇ ਨਹੀਂ, ਸਟੇਟ ਦੇ ਤੁਸੀਂ ਲੰਘ ਸਕਦੇ, ਸਟੇਟ ਦੇ ਚਾਹੀਦੀ ਕੋਈ ਵੀ, ਜੇ ਹੋਣਗੇ ਇੱਕ ਦੋ ਕੋਈ ਵੱਖਰੀ ਗੱਲ, ਬਾਕੀ ਤਾਂ ਹੈ ਹੀ ਨਹੀਂ, ਬਾਕੀ ਨੈਸ਼ਨਲ ਹਾਈਵੇ ਨੇ। ਪੱਤਰਕਾਰਾਂ ਨੂੰ ਧੰਬਲ ਪੂਸੇ 'ਚ ਰੱਖਿਆ ਗਿਆ, ਕਹਿ ਦਿੱਤਾ ਕਿ ਤੁਸੀਂ ਲੰਘ ਸਕਦੇ ਹੋ, ਕੋਈ ਮੰਨ ਜਾਂਦਾ, ਕੋਈ ਨਹੀਂ ਮੰਨਦਾ, ਕੋਈ ਨਾ ਨਹੀਂ ਭਾਈ ਮੈਂ ਨਹੀਂ ਲੰਘਣ ਦੇਣਾ, ਕੋਈ ਕਹਿ ਜਾਂਦਾ ਚਲੋ ਠੀਕ ਹੈ ਜੇ ਪੱਤਰਕਾਰ ਜਾਣ ਦਿਓ ਕੋਈ ਗੱਲ ਨਹੀਂ, ਲੇਕਿਨ ਪੱਤਰਕਾਰ ਮਾਫ ਨਹੀਂ ਹੈ। ਲਿਖਤੀ ਪੜਤੀ ਕੋਈ ਕਾਰਵਾਈ ਕੀਤੀ ਗਈ ਪੱਤਰਕਾਰ ਨੂੰ ਮਾਫ ਹੈ। ਗਡਕਰੀ ਨੇ ਕਿਹਾ ਦਿੱਤਾ, ਬਿਆਨ ਦਿੱਤਾ ਪੱਤਰਕਾਰ ਨੂੰ ਬਿਲਕੁਲ ਮਾਫ ਨਹੀਂ ਹੈ। ਇਸ ਕਰਕੇ ਇਹਦੇ ਵਿੱਚ ਜਿਹੜੇ ਪੁਲਿਸ ਅਫਸਰ ਸੀ ਉਹ ਪੁਲਿਸ ਨੂੰ ਕਿਉਂ ਮਾਫ ਕੀਤਾ ਸੀ? ਨਿਹਾਲ ਸਿੰਘ SSB ਸਿੱਤੇ ਮਰਾਠਾ ਦੇ ਬਣਿਆ ਤੇ ਆਪਣੀ ਪ੍ਰਾਈਵੇਟ ਕਾਰ ਜਾ ਰਹੇ ਸੀ।
ਤੇ ਉਹ ਕਹਿਣ ਲੱਗਾ ਆਪਣੇ ਵੀ, ਉਹ ਕਹਿੰਦਾ ਜੀ ਮੈਂ SSP ਹੈ ਤੇ ਕੋਈ ਗੱਲ ਉਹਦਾ ਵੀ ਅਸੀਂ ਫਿਰ ਕਿਉਂ ਕਿਹੜਾ ਅਸੀਂ ਵੀ ਤੇਰੇ ਕੇ 50 ਅਸੀਂ ਤੁਰੇ ਫਿਰਦੇ ਆ। ਉਹਨੇ ਉੱਥੋਂ ਵਾਇਰਲੈਸ ਕੀਤੀ ਵੀ ਜਿੰਨੇ SHO ਸਾਰੇ ਇਮੀਡੀਏਟਲੀ ਪਹੁੰਚੇ ਤੇ 10 ਮਿੰਟਾਂ ਦੇ ਵਿੱਚ ਪਹੁੰਚ ਗਏ ਸੀ। ਫਿਰ ਉਹਨਾਂ ਕੁੱਟੇ ਸੀ ਸਾਰੇ ਰੀਜ ਤੋੜ ਕੇ ਸਾਰੇ ਕੁੱਟੇ ਸੀ, 50 ਤੇ ਕੁੱਟ 4 ਦਿਨ ਬਿਨਾਂ ਕੋਈ ਸੀ ਉੱਥੇ ਮੁੜ ਕੇ। ਉਸ ਤੋਂ ਬਾਅਦ ਜਿਹੜੀ ਪੰਜਾਬ ਪੁਲਿਸ ਨੂੰ ਫਰੀ ਕੀਤਾ ਸੀ, ਪੰਜਾਬ ਪੁਲਿਸ ਨੇ ਉੱਪਰ ਜਿਹੜੀ ਹੈ ਹੁਣ ਪੱਤਰਕਾਰ ਤੇ ਕੁੱਟ ਨਹੀਂ ਸਕਦੀ, ਇਹਨੂੰ ਪੱਤਰਕਾਰ ਤੇ ਖਬਰ ਲਾ ਸਕਦੇ, ਕਲਮ ਦੀ ਮਾਰ ਸਕਦੇ, ਡੰਡੇ ਦੀ ਮਾਰ ਸਿੱਧੀ ਮਾਰ ਉਹੀ ਪੁਲਿਸ ਕਰ ਸਕਦੀ ਜੀ ਜੀ। ਪੱਤਰਕਾਰਾਂ ਨੂੰ ਫਰੀ ਨੀਗਾ, ਲੇਕਿਨ ਇਹ ਟੋਲ ਪਲਾਜ਼ੇ ਜੇ ਤੁਸੀਂ ਲਾਇਆ ਤੇ ਫਿਰ ਸਾਡੇ ਕੋਲ ਰੋਡ ਟੈਕਸ ਤੁਸੀਂ ਜੇ ਗੱਡੀ ਸੜਕ ਤੇ ਚੜ੍ਹਦੀ ਤਾਂ ਕਦੋਂ ਲੈਂਦੇ ਹੋ? ਬਸ ਕੁਐਸਚਨ ਆਹੀ ਹੀ ਮੇਰਾ। ਹਾਂਜੀ, ਉਹ ਰੋਡ ਟੈਕਸ ਲੈਂਦੇ 50,000 ਲੈਂਦੇ ਹੋ, 30,000 ਲੈਂਦੇ ਹੋ, 20,000 ਲੈਂਦੇ ਹੋ, ਟੋਲ ਟੈਕਸ ਉਹ ਕਹਿੰਦਾ ਰੋਡ ਟੈਕਸ ਲੈਂਦੇ ਤੁਸੀਂ ਮਾਫ ਕਰਦੇ ਫਿਰ ਕੋਈ ਗੱਲ ਨਹੀਂ। ਹੁਣ ਇਹਨਾਂ ਨੇ ਹੋਰ ਸਿਸਟਮ ਕਰਤਾ, ਇਹਨਾਂ ਕਿਹਾ ਵੀ ਤੁਹਾਨੂੰ ਬਕਾਇਦਾ ਤੌਰ ਤੇ ਆਪਣੀ ਕਾਰ ਦੇ ਸ਼ੀਸ਼ੇ ਤੇ ਪਹਿਲਾਂ ਜਿਹੜੀ ਸੀ ਕਾਰਡ ਇੱਕ ਲਾਉਣਾ ਪਊਗਾ, ਤੁਸੀਂ ਜਾਂਦੇ ਲੰਘ ਜਾਓ ਕੋਈ ਗੱਲ ਨਹੀਂ, ਕੋਈ ਬੰਦਾ ਨਹੀਂ ਬੈਠਾ ਹੋਊਗਾ, ਤੁਹਾਡੇ ਖਾਤੇ 'ਚ ਆਟੋਮੈਟਿਕਲੀ ਪੈਸੇ ਕੱਟੇ ਜਾਣਗੇ। ਹਾਂ ਬਿਲਕੁਲ, ਹਾਂਜੀ। ਇਸ ਕਰਕੇ ਸਰਕਾਰਾਂ ਨੇ ਟੋਲ ਪਲਾਜ਼ੇ ਜਿਹੜੇ ਇੱਕ ਕਮਾਈ ਦਾ ਸਾਧਨ ਬਣਾਇਆ ਤੇ ਕੁਝ ਲੀਡਰ ਨੇ ਆਪਣੇ ਸਾਧਨ ਬਣਾਇਆ ਵੀ ਜੇ 50 ਪੈਸੇ ਸਰਕਾਰ ਨੂੰ ਜਾਂਦੇ ਤੇ 50 ਆਪਣੀ ਜੇਬ 'ਚ ਹੀ ਪਾਉਂਦੇ ਜ਼ਿਆਦਾ ਜੀ। ਸਰਕਾਰ ਨੂੰ 50 ਪੈਸੇ ਭੇਜਣ ਵਾਸਤੇ ਜਿਹੜੇ 50 ਪੈਸੇ ਪਹੁੰਚ ਰਹੇ ਨੇ, ਉਹ 50 ਪੈਸੇ ਸਰਕਾਰ ਦੇ ਖਾਤੇ 'ਚ ਪਾਉਣ ਵਾਸਤੇ ਜਿਹੜੇ 50 ਹੋਰ ਨੇ ਉਹ ਵੀ 50 ਚੰਨ ਚਾੜਦੇ ਹੋਣਗੇ ਨਾ ਜੀ 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 ਜੀ। ਸਰਕਾਰ ਨੂੰ ਕੀ ਮਿਲਦਾ ਸੀਗਾ ਕਿ ਗੱਲ ਚੱਲੀ ਸੀ, ਖੈਰ ਮਨ ਦੇ ਵਿੱਚ ਸੀਗਾ ਕਿ ਵੇਖਿਆ ਕਿ ਪੱਤਰਕਾਰ ਕਹਿੰਦੇ ਕੋਈ ਗੱਲ ਨਹੀਂ, ਸਾਨੂੰ ਕੀ, ਸਾਨੂੰ ਕੋਈ ਪੁੱਛਦਾ ਹੀ ਨਹੀਂ। ਤੇ ਲੋਕਾਂ ਦੀਆਂ ਉੱਥੇ ਭਾਵਨਾਵਾਂ ਦੇ ਨਾਲ ਬੜੀ ਵੱਡੀ ਖਿਲਵਾੜ ਹੁੰਦੀ ਹੈ। ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਬੜੇ ਆਪਣੇ ਜਾਂਦੇ ਨੇ ਪੁਲਿਸ ਮੁਲਾਜ਼ਮਾਂ ਨੂੰ, ਜਿੱਦਾਂ ਤੁਸੀਂ ਦੱਸਿਆ ਕਵਰ ਨੌਨ ਨਿਹਾਲ ਜਿਹੜੇ SSP ਸੀ ਉਹਨਾਂ ਦੇ। ਇਸ ਕਰਕੇ ਤੁਹਾਨੂੰ ਨਹੀਂ ਲੱਗਦਾ ਕਿ ਇਹ ਮਤਲਬ ਜਦੋਂ ਖਰਚਾ ਪੂਰਾ ਹੋ ਗਿਆ ਤੇ ਉਹ ਬੰਦ ਹੋਣੇ ਚਾਹੀਦੇ ਆ, ਲੋਕਾਂ ਦੀ ਛਿੱਲ ਨਹੀਂ ਲੈਣੀ ਚਾਹੀਦੀ? ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਲੇਕਿਨ ਮੈਂ ਤੁਹਾਨੂੰ ਕਹਿ ਦਿੱਤਾ ਕਿ ਉਹਨਾਂ ਨੂੰ ਐਕਸਟੈਂਡ ਕਰਕੇ ਸਰਕਾਰ ਉਹਨਾਂ ਕੋਲ ਰੈਵਨਿਊ ਦਿੰਦੀ ਹੋ ਲੈਂਦੀ ਹੈ। ਚਲੋ ਕਿਉਂ ਜਦੋਂ ਗਡਕਰੀ ਨੇ ਕਹਿ ਦਿੱਤਾ ਵੀ ਭਾਈ ਇਹ ਬੰਦ ਨਹੀਂ ਹੋ ਸਕਦੇ, ਇਹਦਾ ਮਤਲਬ ਜੇ 5 ਸਾਲ ਦਾ ਤੁਹਾਨੂੰ ਦਿੱਤਾ ਤੇ 5 ਸਾਲ ਬਾਅਦ ਅਗਲਾ ਕਹਿੰਦੇ ਕੰਟਰੈਕਟ ਕਰ ਲਓ ਜੀ, ਕਿੰਨੇ ਪੈਸੇ ਦੇਣੇ ਸਾਨੂੰ, ਅੱਜ ਕਿੰਨੇ ਪੈਸੇ ਮਿਲਦੇ। ਚਲੋ ਇੱਕ ਥੈਲਾ ਤੇ ਇੱਕ ਪੇਟੀ ਤੇ ਉਹਦੇ ਘਰ ਚਲ ਜਾਂਦੀ ਆ ਤੇ ਬਾਕੀ ਸਰਕਾਰ ਨੂੰ ਚਲ ਜਾਂਦੀ। ਚਲੋ ਭੱਟੀ ਸਾਹਿਬ, ਬਾਕੀ ਕੋਈ ਖਬਰਾਂ ਰਹਿ ਗਈਆਂ ਕੱਲ ਨੂੰ ਕਰਾਂਗੇ। ਬਹੁਤ ਅੱਛਾ ਲੱਗਦਾ ਤੁਹਾਡੇ ਨਾਲ ਗੱਲਬਾਤ ਕਰਕੇ। ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।